अस्सलाम वालेकुम। प्रोग्राम जुर्म अंजाम के साथ मैं हूं मुजाहिद शेख। आज के जुर्म अंजाम में हम एक आपको ऐसी कहानी सुनाते हैं जो फ्रॉड पे मबनी है। बैरून मुल्क में मुकीम एक नौजवान सोशल मीडिया के ज़रिए एक ख़ातून के साथ, एक लड़की के साथ मोहब्बत की पींगे बढ़ा देता है। फिर उसको पता उस वक्त चलता है कि उसके साथ धोखा हुआ, उसके साथ फ्रॉड हुआ, जब 15 लाख रुपए लेकर वो खातून मुबैना तौर पर मंजर से गायब हो जाती है। फिर वो कानूनी चाराजोई के लिए रिश्तेदारों का, अपने अजीज़ो अकारब को आगे लगा देता है और ख़ुद अभी भी बैरून मुल्क में है। फैक्ट्री एरिया थाना में एक ऐसी एप्लीकेशन आती है जिसमें तहरीर किया जाता है कि एक खातून है जो सोशल मीडिया के ज़रिए इब्रार नामी नौजवान से एक उसकी टेलीफोनिक मुलाकात होती है, बात होती है, और बात जब होती है तो नौबत मोहब्बत तक पहुंच जाती है। फिर मोहब्बत से बढ़ के बात शादी के करीब पहुंच जाती है कि जब भी वो नौजवान वहाँ पे मेहनत मजदूरी जो करता है, छुट्टी पर पाकिस्तान आएगा तो उसकी शादी होगी। लेकिन शादी होने से पहले क्या कुछ ऐसा हुआ कि नौबत थाने और कचहरियों तक पहुंच गई, ये सब कुछ हम आपको दिखाते हैं आज के इस प्रोग्राम में। जिस नौजवान के साथ ये फ्रॉड हुआ, ये धोखा हुआ कि उसको एक खातून अपनी मोहब्बत के जाल में फंसाती है, उससे 15 लाख रुपए मुख्तलिफ़ औकात में, मुख्तलिफ़ वक्त में, मुख्तलिफ़ तरीक़ेकार का इस्तेमाल करते हुए 15 लाख रुपए की रकम जो है वो उससे हासिल कर लेती है। सबसे पहले उस नौजवान से, जिसका नाम इब्रार है, उससे हम वीडियो कॉल पे बात करेंगे, जिसने हमें इससे पहले भी बताया कि उसके साथ एक धोखा हुआ, एक फ्रॉड हुआ, उसको मोहब्बत के जाल में फंसाया गया, फिर उसके साथ शादी का वादा किया गया और 15 लाख रुपए की रकम जो है वो उससे हासिल कर ली गई। कहानी है क्या, मोहब्बत का आगाज़ कैसे होता है और फिर इसका बुरा अंजाम कैसे होता है, ये भी उसकी ज़ुबानी सुनते हैं, उससे फ़ोन पे बात करते हैं। अच्छा जी इब्रार साहब, ਤੁਹਾਡੇ ਨਾਲ ਜਿਹੜਾ ਇੱਕ ਫਰਾਡ ਹੋਇਆ ਹੈ, ਪਹਿਲੇ ਤਾਂ ਦੱਸੋ ਕਿ ਤੁਹਾਡਾ ਤਾਲੁਕ ਜਿਹੜਾ ਵੇ ਉਹ ਕਿਸ ਇਲਾਕੇ ਨਾਲ ਹੈ, ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ? ਮੈਂ ਜੀ ਅਲੀਪੁਰ ਚੱਟਾ ਸ਼ਹਿਰ ਹੈ ਮੇਰਾ। ਅੱਛਾ, ਰਸੂਲਪੁਰ ਦੇ ਨਾਲ ਲੱਗੇ ਨੇ। ਠੀਕ ਹੈ। ਤੇ ਇਰਾਕ ਤੁਸੀਂ ਕਿੰਨੇ ਅਰਸੇ ਤੋਂ ਹੋ? ਮੈਨੂੰ 1.5 ਸਾਲ ਹੋ ਗਿਆ। ਅੱਛਾ, 1.5 ਸਾਲ ਹੋ ਗਿਆ। ਅੱਛਾ, ਹੁਣ ਤੁਸੀਂ ਸਾਰੀ ਗੱਲ ਦੱਸੋ ਕਿ ਕੀ ਹੋਇਆ ਸੀ, ਕਿਸ ਤਰ੍ਹਾਂ ਤੁਹਾਨੂੰ ਇਹ ਖਾਤੂਨ ਫੋਨ ਤੇ ਤੁਹਾਡੀ ਇਹਦੇ ਨਾਲ ਗੱਲ ਸ਼ੁਰੂ ਹੋਈ, ਕਿਸ ਤਰ੍ਹਾਂ ਤੁਸੀਂ ਪੈਸੇ ਪਾਕਿਸਤਾਨ ਭੇਜੇ, ਸਾਰਾ ਮਾਮਲਾ ਜ਼ਰਾ ਦੱਸੋ। ਮੇਰੀ ਨਾ ਇਹਦੇ ਨਾਲ ਨਾ ਈਮੋ ਐਪ ਤੇ ਗੱਲ ਹੋਈ। ਮੈਂ ਈਮੋ ਐਪ ਯੂਜ਼ ਕਰਦਾ ਹਾਂ ਪਹਿਲੇ ਵੀ। ਠੀਕ ਹੈ। ਈਮੋ ਐਪ ਤੇ ਮੇਰੀ ਇਹਦੇ ਨਾਲ ਤਕਰੀਬਨ 10 ਮਿੰਟ ਗੱਲ ਹੋਈ ਹੈ ਜਾਂ 15 ਮਿੰਟ ਗੱਲ ਹੋਈ ਹੈ, ਇਹ ਤੋਂ ਜ਼ਿਆਦਾ ਗੱਲ ਨਹੀਂ ਹੋਈ ਹੈ। ਠੀਕ ਹੈ। 2 ਦਿਨ ਜਿਹੜਾ ਨਾ ਇਹਦੇ ਨਾਲ ਮੇਰੀ ਜਿਹੜਾ ਨਾ ਗੱਲ ਨਹੀਂ ਹੋਈ ਹੈ। ਠੀਕ ਹੈ। ਤੀਸਰੇ ਦਿਨ ਉਹਨੇ ਮੈਨੂੰ ਕਾਲ ਕੀਤੀ ਹੈ, ਅਮਰੀਨ ਨੇ। ਠੀਕ ਹੈ। ਗੱਲ ਹੌਲੀ ਜਿਹੜੀ ਨਾ ਸਾਡੀ ਗੱਲਬਾਤ ਜਿਹੜੀ ਨਾ ਟੁਰ ਪਈ ਹੈ ਬਈ ਕਿ ਵਾਵਾ ਅੱਛੀ ਜਿਹੜੀ ਨਾ ਗੱਲ ਟੁਰ ਪਈ ਸਾਡੀ। ਅੱਛੀ ਗੱਲ ਕੀ ਮਤਲਬ? ਕਿ ਭਾਈ ਅੱਛਾ ਜਿਹੜਾ ਨਾ ਕਿ ਤਲਕ ਬਣ ਗਿਆ ਵੇ ਸਾਡਾ ਉਹਦੇ ਨਾਲ। ਠੀਕ ਹੈ। ਹਾਂਜੀ, ਅੱਛਾ ਤਲਕ ਬਣ ਗਿਆ ਵੇ। ਉਧਰੋਂ ਬਾਅਦ ਵਿੱਚ ਫਿਰ ਨਾ ਉਹਨੇ ਮੈਨੂੰ ਕਿਹਾ ਵੇ ਕਿ ਇਬਰਾਰ ਮੋਬਾਈਲ ਨਹੀਂ ਹੈ ਮੇਰਾ, ਤੇ ਭਾਈ ਮੋਬਾਈਲ ਮੇਰੀ ਭੈਣ ਦਾ ਵੇ, ਮੈਨੂੰ ਪੈਸੇ ਭੇਜ। ਠੀਕ ਹੈ। ਮੈਂ ਉਹਨੂੰ 60,000 ਰੁਪਇਆ ਭੇਜ ਛੜਿਆ ਵੇ। ਪਹਿਲੀ ਦਫਾ 60,000 ਰੁਪਇਆ ਭੇਜਿਆ? ਹਾਂਜੀ। ਠੀਕ ਹੈ। ਉਹਨੂੰ 60,000 ਰੁਪਇਆ ਭੇਜ ਛੜਿਆ ਵੇ ਤੇ ਫਿਰ ਉਹ ਮੇਰੇ ਨਾਲ ਗੱਲ ਕਰਨ ਲੱਗ ਪਈ ਹੈ। ਫਿਰ ਉਹਨੂੰ ਮੈਂ ਕਿਹਾ ਕਿ ਭਾਈ ਮੇਰੀ ਨਾ ਆਪਣੀ ਫੈਮਿਲੀ ਨਾਲ ਗੱਲ ਕਰਵਾ। ਠੀਕ ਹੈ। ਫਿਰ ਉਹਦੀਆਂ 3 ਭੈਣਾਂ ਨੇ, 2 ਭਾਈ ਨੇ ਹੁੰਦੇ। ਠੀਕ ਹੈ। ਉਹਨਾਂ ਨਾਲ ਮੇਰੀ ਗੱਲ ਹੋਈ ਹੈ, ਉਹਦੀ ਵਾਲਦਾ ਨਾਲ ਮੇਰੀ ਗੱਲ ਹੋਈ ਹੈ। ਠੀਕ ਹੈ। ਉਹਦੀ ਵਾਲਦਾ ਨੇ ਮੇਰੇ ਨਾਲ ਇਹ ਗੱਲ ਕੀਤੀ ਹੈ ਕਿ ਭਾਈ ਇਹ ਤੇਰੀਆਂ ਭੈਣਾਂ ਨੇ, ਮੈਂ ਤੇਰੀ ਮਾਂ ਵਾਂ, ਤੇ ਅਮਰੀਨ ਦੀ ਤਲਾਕ ਹੋਈ ਏ
ਤੇ ਅਮਰੀਨ ਦੀ ਬੱਚੀ ਇੱਕ ਛੋਟੀ ਸਾਰੀ। अच्छा, वो पहले तो शादीशुदा है, तेरी शादी हुई है? हाँ, नहीं मेरी शादी नहीं हुई है। अच्छा, मतलब पहले शादी नहीं हुई सी, अमरीन दी शादी हुई सी और एक दी बच्ची सी। कितनी उम्र सी बच्ची दी? बच्ची दी उस टाइम उम्र सी तकरीबन 2.5-3 महीने। अच्छा, हाँ जी, ठीक है। फिर ਜਿਹੜਾ ਨਾ ਮੈਂ ਇਸ ਚੀਜ਼ ਦੇ ਭਾਈ ਬੱਚੀ ਛੋਟੀ ਹੈ, ਮੈਂ ਨਾ ਉਦਾਸ ਹੋ ਵੀ ਕਰਕੇ ਨਾ ਮੈਂ ਕਿਹਾ ਕਿ ਬੱਚੀ ਰੋਈ ਜੇ ਮੈਂ ਜਿਹੜਾ ਨਾ ਠੀਕ ਹੈ, ਮੈਂ ਜਿਹੜਾ ਨਾ ਤੇਰੇ ਨਾਲ ਸ਼ਾਦੀ ਕਰ ਲਾਂਗਾ। ਠੀਕ ਹੈ। ਉਹਨੇ ਮੈਨੂੰ ਕਿਹਾ ਕਿ ਭਾਈ ਇਮਰਾਨ ਤੂੰ ਮੈਨੂੰ ਨਾ ਹਰਜਾ ਕਰਨਾ ਕਰਨਾ। ਅੱਛਾ, ਮੇਰੀ ਮਹੀਨੇ ਦੀ 1.5 ਲੱਖ ਸੈਲਰੀ ਹੈ, ਮੈਂ ਜਿਹੜਾ ਨਾ ਉਹਨੂੰ ਮਹੀਨੇ ਦੇ ਮਹੀਨੇ ਉਹਨੇ ਮੈਨੂੰ ਆਖਣਾ ਕਿ ਭਾਈ ਮੈਨੂੰ ਇੰਨੇ ਪੈਸੇ ਕਰ ਦੇ, ਮੈਨੂੰ ਇੰਨੇ ਪੈਸੇ ਕਰ ਦੇ, ਮੈਂ ਜਿਹੜਾ ਇਹਨਾਂ ਨੂੰ ਪੈਸੇ ਕਰ ਜੰਨੇ ਕਰਨਾ। ਠੀਕ ਹੈ। ਉਹ ਪੈਸੇ ਘੱਲਦਿਆਂ ਜਿਹੜਾ ਨਾ ਉਹਨਾਂ ਮੈਨੂੰ ਫਿਰ ਇੱਕ ਦਿਨ ਕਿਹਾ ਹੋਇਆ ਕਿ ਭਾਈ ਇਬਰਾਰ ਅਸੀਂ ਜਿਹੜਾ ਨਾ ਆਨਲਾਈਨ ਨਿਕਾਹ ਕਰ ਲਈਏ। अच्छा, ऑनलाइन निकाह कर लिए? हाँ जी, ऑनलाइन निकाह कर लिए। ठीक है। मैं क्या ठीक है कि भाई तुम कहते हो भाई ऑनलाइन निकाह कर लेने मुश्किल नहीं है। उनकी वालदा गई है मस्जिद विच मौलवी कोल। ठीक है जी। ਉਹ ਮੌਲਵੀ ਸਾਹਿਬ ਕੋਲ ਗਿਆ ਨੇ, ਉਹਨਾਂ ਕਿਹਾ ਵੇ ਕਿ ਮੌਲਵੀ ਸਾਹਿਬ ਕਹਿੰਦੇ ਨੇ ਕਿ ਭਾਈ ਮੁੰਡੇ ਦੇ ਜਿਹੜੇ ਉੱਥੇ ਗਵਾਹ ਨੇ ਪਾਕਿਸਤਾਨ ਉਹਦੇ ਕੋਲ ਹੀ ਰਾਹ ਕਿੰਨੇ ਗਵਾਹ ਨਹੀਂ ਲੱਗਣ ਦੇ। ਠੀਕ ਹੈ। ਤੇ ਮੁੰਡੇ ਦੇ ਜਿਹੜੇ ਨਾ ਇੱਥੇ ਕੋਈ ਹੋਣੀ ਰਿਸ਼ਤੇਦਾਰ ਆ ਜਾਣ ਤੇ ਮੈਂ ਜਿਹੜਾ ਨਾ ਨਿਕਾਹ ਪੜਾ ਦੇਣਾ ਵਾ। ਠੀਕ ਹੈ। ਲਿਆਦਾ ਮੌਲਵੀ ਸਾਹਿਬ ਜਿਹੜੇ ਨੇ ਨਹੀਂ ਮੰਨਦੇ ਆ। ਅੱਛਾ, ਮੈਂ ਕਿਹਾ ਠੀਕ ਹੈ ਚਲੋ ਕੋਈ ਨਹੀਂ ਹੈ। ਫਿਰ ਮੈਨੂੰ ਆਂਦੇ ਨੇ ਕਿ ਪਾਕਿਸਤਾਨ ਆ ਜਾ ਤੂੰ ਇੱਥੇ ਪਾਕਿਸਤਾਨ ਆਵੇ ਨਾ ਫਿਰ ਨਿਕਾਹ ਕਰ ਲਾਂ, ਵਿਆਹ ਕਰ ਲਾਂ ਅੱਛਾ ਧੂਮ-ਧਾਮ ਨਾਲ। ਠੀਕ ਹੈ। ਉਹ ਇੱਕ ਦਿਨ ਮੈਨੂੰ ਫਿਰ ਨਾ ਰਾਤੀ ਅਸੀਂ ਐਵੇਂ ਗੱਲ ਕਰਨ ਲੱਗੇ ਆ, ਸ਼ਾਮ ਦਾ ਟਾਈਮ ਹੈ। ਅੱਛਾ। ਤੇ ਮੈਨੂੰ ਕਹਿੰਦੀ ਹੈ ਕਿ ਇਬਰਾਰ ਅਗਰ ਦੋ ਕੁੜੀ ਮੁੰਡਾ ਪਿਆਰ ਕਰਦੇ ਹੋ ਰਾਤੀ ਹੋਣਾ ਤੇ ਮੈਂ YouTube ਤੋਂ ਪੜਿਆ ਕਿ ਭਾਈ ਉਹ ਆਪਸ ਵਿੱਚ ਜਿਹੜਾ ਨਾ ਕਲਮੇ ਪਾਲਾ ਨਿਕਾਹ ਪੜੀ ਜਾਂਦਾ। ਅੱਛਾ, ਸ਼ਰੀਅਤ ਦੇ ਮੁਤਾਬਕ। ਠੀਕ ਹੈ। ਉਹ ਸ਼ਰੀਅਤ ਦੇ ਮੁਤਾਬਕ ਉਹਨੇ ਮੇਰੇ ਨਾਲ ਜਿਹੜਾ ਨਾ ਨਿਕਾਹ ਜਿਹੜਾ ਨਾ ਪੜਿਆ। ਠੀਕ ਹੈ। ਉਧਰੋਂ ਬਾਅਦ ਫਿਰ ਹੌਲੀ ਜਿਹੜਾ ਨਾ ਮੈਂ ਪੈਸੇ ਸ਼ਾਸੇ ਭੇਜਦਾ ਰਿਹਾ। ਨਿਕਾਹ ਜਿਹੜਾ ਹੈ, ਜਿਹੜਾ ਉਹਨੇ ਤੈਨੂੰ ਤਰੀਕਾ ਦੱਸਿਆ ਫਿਰ ਉਹਦੇ ਮੁਤਾਬਕ ਤੁਸੀਂ ਆਪਸ ਦੇ ਵਿੱਚ ਦਿਲੋਂ ਇੱਕ ਦੂਸਰੇ ਨੂੰ ਮੀਆਂ ਬੀਵੀ ਮੰਨ ਲਿਆ, ਮਤਲਬ ਹੈ ਵੇ ਤੇਰਾ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਹੀ ਫਿਰ ਮੇਰੇ ਨਾਲ ਨਾ ਗੱਲ ਕਰਦੀ ਸੀ। ਮੈਂ ਕੰਮ ਤੋਂ ਆਣਾ ਕਰਨਾ, ਮੇਰੇ ਨਾਲ ਉਹਨੇ ਗੱਲ ਕਰਨੀ, ਸੁਬਾਹ ਜਾਣਾ ਕਰਨਾ, ਗੱਲ ਕਰਨੀ, ਸ਼ਾਮੀ ਆਣਾ ਕਰਨਾ। ਤੇ ਤਕਰੀਬਨ ਅਸੀਂ ਪਾਕਿਸਤਾਨੀ ਇੱਥੋਂ ਦੇ 9 ਪਾਕਿਸਤਾਨੀ 11 ਵਜੇ ਤੱਕ ਅਸੀਂ ਗੱਲ ਕਰਦੇ ਸਾਂ। ਠੀਕ ਹੈ। ਸਾਡਾ ਅੱਜ ਸਮਝੋ ਕਿ ਮੀਆਂ ਬੀਵੀ ਵਾਲਾ ਹਿਸਾਬ ਹੋ ਗਿਆ ਸੀ। ਅੱਛਾ, ਮੀਆਂ ਬੀਵੀ ਵਾਲਾ ਹਿਸਾਬ ਹੋ ਗਿਆ। ਅਸੀਂ 11 ਵਜੇ ਤੱਕ ਗੱਲ ਕਰਦੇ ਰਹਿਣਾ। ਉਹ ਫਿਰ ਜਿਹੜਾ ਨਾ ਵਾਵਾ ਦਿਨ ਲੰਘ ਗਿਆ ਤੇ ਮੈਨੂੰ ਨਾ ਕਾਲ ਆਈ ਰਾਤੀ, ਅਮਰੀਨ ਨੇ ਮੈਨੂੰ ਕਾਲ ਕੀਤੀ। ਅੱਛਾ। ਮੈਨੂੰ ਕਹਿੰਦੀ ਹੈ ਕਿ ਇਬਰਾਰ ਮੈਂ ਜਿਹੜਾ ਨਾ ਆਪਣੇ ਉਧਰ ਬੰਦੇ ਹਾਲ ਟੁਰ ਚੱਲੀ ਆ। ਅੱਛਾ। ਮੈਂ ਜਿਹੜਾ ਨਾ ਰੋਣ ਲੱਗ ਪਿਆ। ਮੈਂ ਕਿਹਾ ਅਮਰੀਨ ਤੂੰ ਮੇਰੇ ਨਾਲ ਕੀ ਕਰਨ ਲੱਗੀ ਆ? ਇਹ ਮੇਰੇ ਚਾਚੇ ਆਇਆ ਹਨ, ਉਹਨਾਂ ਕਿਹਾ ਵੇ ਉਹਨਾਂ ਮੇਰੇ ਸਿਰ ਤੇ ਹੱਥ ਰੱਖਿਆ ਕਿ ਭਾਈ ਮੈਂ ਜਿਹੜਾ ਨਾ ਹੋਂ ਟੁਰ ਜਾਣਾ ਸੁਬਾਹ ਉਧਰ। ਅੱਛਾ। ਕਿ ਇਹ ਜਿਹੜਾ ਬੰਦਾ ਸੀ ਨਾ, ਜਿਹੜੇ ਬੰਦੇ ਦੇ ਕੋਲ ਗਈ ਇਹ ਬੰਦੇ, ਕਿਉਂਕਿ ਮੈਨੂੰ ਪਹਿਲਾਂ ਦੱਸਿਆ ਸੀ ਕਿ ਮੈਨੂੰ ਇਬਰਾਰ ਹੈ ਜਿਹੜਾ ਨਾ ਬੜੀਆਂ ਧਮਕੀਆਂ ਲਾਉਂਦਾ ਵੇ। ਅੱਛਾ। ਉਹ ਜੀ ਉਹ ਮੈਂ ਸ਼ਾਮੀ ਕਾਲ ਬੰਦ ਕੀਤੀ ਤੇ ਅਮਰੀਨ ਸੁਬਾਹ ਜਿਹੜਾ ਨਾ ਉਧਰ ਟੁਰ ਗਈ। ਠੀਕ ਹੈ। ਸੁਬਾਹ ਉਧਰ ਟੁਰ ਗਈ ਅਮਰੀਨ। ਮੈਂ ਕਾਲ ਕਰਦਾ ਰਿਹਾ ਸੁਬਾਹ ਜਿਹੜਾ ਨਾ ਮੈਂ ਕਾਲ ਕਰਦਾ, ਤਕਰੀਬਨ ਮੇਰੀ 1 ਵਜੇ ਨਾਲ ਗੱਲ ਹੋਈ ਉਹਨਾਂ ਨਾਲ, ਉਹਦੀ ਵਾਲਦਾ ਨਾਲ। ਉਹਨੇ ਤਾਂ ਮੈਨੂੰ ਕਿਹਾ ਕਿ ਇਬਰਾਰ ਅਮਰੀਨ ਉਧਰ ਟੁਰ ਗਈ ਹੈ। ਮੈਂ ਕਿਹਾ ਤੁਸੀਂ ਮੈਨੂੰ ਪੁੱਤਰ ਬਣਾਇਆ ਸੀ, ਤੁਸੀਂ ਮੇਰੇ ਨਾਲ ਮਾਂ ਵਾਲੀ ਕੀਤੀ ਨਹੀਂ ਹੈ, ਤੁਸੀਂ ਮੇਰੇ ਨਾਲ ਧੋਖਾ ਕੀਤਾ ਬੜਾ ਵੱਡਾ। ਉਹਦੇ ਇਬਰਾਰ ਚਾਚੇ ਆ ਗਏ ਹਨ, ਮੈਂ ਉਹਨੂੰ ਮਨਾ ਕੀਤਾ ਸੀ ਲੇਕਿਨ ਉਹ ਮਨਾ ਨਹੀਂ ਹੋਈ ਹੈ। ਫਿਰ ਮੈਂ ਤਕਰੀਬਨ ਮਹੀਨਾ ਪੂਰਾ ਜਿਹੜਾ ਨਾ ਰੋਟੀ ਨਹੀਂ ਖਾਧੀ ਹੈ, ਨਾ ਪਾਣੀ ਪੀਤਾ, ਨਾ ਰੋਟੀ ਖਾਧੀ ਹੈ। ਅੱਛਾ, ਦੁੱਖ ਦੇ ਵਿੱਚ। ਮੇਰੇ ਉਹਨਾਂ ਨੰਬਰ ਬਲਾਕ ਕਰ ਛੱਡੇ ਨੇ ਮੇਰੇ। ਠੀਕ ਹੈ। ਅਮਰੀਨ ਨੇ ਮੈਨੂੰ ਆਪਣੇ ਆਈਡੀ ਕਾਰਡ ਤੇ ਸਿਮ ਕਢਵਾ ਕੇ ਦਿੱਤੀ ਜੀ, ਮੈਂ WhatsApp ਬਣਾਈ ਸੀ ਉਸ ਨੰਬਰ ਤੇ। ਠੀਕ ਹੈ। ਅਮਰੀਨ ਨੇ ਆਪਣੇ ਆਈਡੀ ਕਾਰਡ ਤੇ ਮੈਨੂੰ ਸਿਮ ਕਢਾ ਕੇ ਦਿੱਤੀ।
ਠੀਕ ਹੈ ਸਾਰੇ ਨੰਬਰ ਬਲਾਕ ਕਰ ਛੜੇ ਨੇ, ਉਹਨਾਂ ਮੇਰਾ ਰਾਬਤਾ ਖਤਮ ਕਰ ਛੜਿਆ। ਠੀਕ ਹੈ ਫਿਰ ਜਿਹੜੀ ਅਮਰੀਨ ਸਿਮ ਚਲਾ ਰਹੀ ਸੀ, ਉਹ ਸਿਮ ਦਾ ਮੈਂ ਜਿਹੜਾ ਨਾ ਲੋਕਲ ਡਾਟਾ ਕਢਾਇਆ, ਠੀਕ ਹੈ ਕਿਹੜੇ ਬੰਦੇ ਦੀ ਕਾਲ ਹੁੰਦੀ ਹੈ। ਠੀਕ ਹੈ ਉਹ ਫਿਰ ਮੈਨੂੰ ਇੱਕ ਬੰਦੇ ਦੀ ਜਿਹੜੀ ਵਿੱਚੋਂ ਨਾ ਨੰਬਰ ਲੱਭਿਆ, ਉਸ ਨੰਬਰ ਤੇ ਨਾ ਮੈਂ ਕਾਲ ਕੀਤੀ ਹੈ। ਉਹ ਜਿਹੜੀ ਅਮਰੀਨ ਦੀ ਭੈਣ ਸੀ, ਉਸ ਬੰਦੇ ਦੀ ਦੁਕਾਨ ਤੇ ਜਿਹੜਾ ਨਾ ਮਹਿੰਦੀ ਲਾ ਜਾਂਦੀ ਸੀ। ਅੱਛਾ ਉਹ ਉਸ ਬੰਦੇ ਨੇ ਉਹਨੂੰ ਕਾਲ ਕੀਤੀ, ਉਹਦੀ ਭੈਣ ਨੂੰ ਕਿ ਅੰਜਨ ਜਿਸ ਨੰਬਰ ਤੇ ਕਾਲ ਆਈ ਸੀ। ਉਹਨੇ ਮੈਨੂੰ ਕਾਲ ਕੀਤੀ, ਉਹਨੇ ਕਿਹਾ ਕਿ ਭਾਈ ਤੁਸੀਂ ਕਾਲ ਕੀਤੀ, ਤੁਸੀਂ ਸਾਡੀ ਇੱਜ਼ਤ ਜਿਹੜੀ ਹੈ ਨਾ ਮਿੱਟੀ 'ਚ ਰੋਲ ਛੜੀ ਹੈ। ਮੈਂ ਕਿਹਾ ਮੈਂ ਕੋਈ ਨਹੀਂ, ਤੁਹਾਡੀ ਇੱਜ਼ਤ ਮਿੱਟੀ 'ਚ ਰੋਲੀ ਤੇ ਤੁਸੀਂ ਜਿਹੜਾ ਨਾ ਭਾਈ ਅਮਰੀਨ ਜਿੰਨਾ ਜੀ ਤੁਹਾਡੇ ਨਾਲ ਮੇਰਾ ਤਲਕ ਸੀ, ਅਮਰੀਨ ਰਹੀ ਹੈ, ਤੁਹਾਡਾ ਮੇਰਾ ਜਿਹੜਾ ਨਾ ਭੈਣਾ ਭਰਾ ਵਾਲਾ ਹਿਸਾਬ ਸੀ, ਲੇਕਿਨ ਟੁਰ ਗਈ ਹੈ ਤੇ ਤੁਹਾਡਾ ਮੇਰਾ ਤਲਕ ਖਤਮ ਹੋ ਗਿਆ। ਤੇ ਲਿਹਾਜ਼ਾ ਤੁਸੀਂ ਮਿਹਰਬਾਨੀ ਕਰੋ, ਤੁਸੀਂ ਜਿਹੜਾ ਨਾ ਮੇਰੇ ਪੈਸੇ ਮੈਨੂੰ ਵਾਪਸੀ ਕਰ ਦਿਓ। ਉਹਨੇ ਕਿਹਾ ਵੇ ਪਹਿਲੇ ਨੰਬਰ ਤੋਂ ਉਹਨੇ ਕਿਹਾ ਕਿ ਭਾਈ ਤੁਸੀਂ ਜਿਹਨੂੰ ਪੈਸੇ ਦਿੱਤੇ ਨੇ ਨਾ ਅਮਰੀਨ ਨੂੰ, ਆਪਣੀ ਬੀਵੀ ਨੂੰ, ਤੁਸੀਂ ਪੈਸੇ ਲੈਣੇ ਨੇ ਉਹਦੇ ਕੋਲੋਂ। ਠੀਕ ਹੈ। ਜੇ ਤੁਸੀਂ ਟੇਲਰ ਨਾਲ ਆਖੋ ਨਾ ਪੈਸੇ ਲੈਣੇ ਤੇ ਫਿਰ ਸਾਡੇ ਕੋਲ ਪੈਸੇ ਕੋਈ ਨਹੀਂ ਆ, ਸਾਡਾ ਤੁਹਾਨੂੰ ਪਤਾ ਨਹੀਂ ਹੈ। ਠੀਕ ਹੈ। ਹਾਂਜੀ ਇਹ ਗੱਲ ਹੋਈ ਬਸ ਸਾਰੀ। ਅੱਛਾ ਮੈਨੂੰ ਹੁਣ ਇਬਰਾਰ ਇਹ ਦੱਸ ਕਿ ਕਿੰਨੇ ਪੈਸੇ ਨੇ ਤੇਰੇ? ਜੀ ਕਿੰਨੇ ਪੈਸੇ ਤੂੰ ਦਿੱਤੇ ਨੇ? 60 ਮੇਰੇ ਚਾਚੂ 15 ਲੱਖ ਰੁਪਏ। ਅੱਛਾ 15 ਲੱਖ ਰੁਪਇਆ। 15 ਲੱਖ ਰੁਪਏ ਦੇ ਵਿੱਚ ਮੋਬਾਈਲ ਜਿਹੜਾ ਵੇ ਇੱਕ ਉਹ ਸੀ 60,000 ਰੁਪਏ ਦਾ, ਬਾਕੀ ਕਿਸ ਤਰ੍ਹਾਂ ਪੈਸੇ ਦਿੱਤੇ? ਬਾਕੀ ਚਾਚੂ ਮੈਂ ਉਹਨੂੰ ਪੂਰੀ ਤਨਖਾਹ ਜਿਹੜੀ ਹੈ ਮੈਂ ਘੱਲਦਾ ਰਿਹਾ ਵਾ। ਅੱਛਾ ਉਹ ਹਾਂਜੀ ਮੈਂ ਪੂਰੀ ਤਨਖਾਹ ਨੂੰ ਭੇਜਦਾ ਰਿਹਾ ਵਾ। ਇਹ ਤੈਨੂੰ ਇਹ ਨਹੀਂ ਲੱਗਦਾ ਕਿ ਤੇਰੀ ਬੇਵਕੂਫੀ ਸੀ, ਤੈਨੂੰ ਸਮਝ ਨਹੀਂ ਲੱਗੀ ਕਿ ਇੱਕ ਔਰਤ ਜਿਹਨੂੰ ਤੂੰ ਕਦੀ ਮਿਲਿਆ ਨਹੀਂ, ਕਦੀ ਦੇਖਿਆ ਨਹੀਂ, ਟੈਲੀਫੋਨ ਤੇ ਗੱਲ ਹੋਈ, ਉਹਦੇ ਖਾਨਦਾਨ ਨੂੰ ਨਹੀਂ ਜਾਣਦਾ, ਔਰ ਤੂੰ ਪੈਸੇ ਭੇਜੀ ਜਾ ਰਹੇ ਹੈ ਔਰ ਆਪਣੀ ਸਾਰੀ ਤਨਖਾਹ ਭੇਜੀ ਜਾ ਰਹੇ ਹੈ ਔਰ ਤੇਰੇ ਨਾਲ ਉਹ ਧੋਖਾ ਕਰ ਰਹੀ ਹੋਏਗੀ। ਤੈਨੂੰ ਐਸਾ ਅਹਿਸਾਸ ਨਹੀਂ ਹੋਇਆ ਕਿਸੇ ਉੱਥੇ ਦੋਸਤ ਨੇ, ਕਿਸੇ ਨੇ ਤੇਰੇ ਨਾਲ ਕੋਈ ਫੈਮਿਲੀ ਮੈਂਬਰ ਨੇ, ਕਿਸੇ ਨੇ ਤੈਨੂੰ ਦੱਸਿਆ ਨਹੀਂ ਕਿ ਤੇਰੇ ਨਾਲ ਫਰਾਡ ਹੋ ਰਿਹਾ ਹੈ? ਮੈਂ ਚਾਚੂ ਤੁਹਾਨੂੰ ਦੱਸਣਾ ਵਾ, ਮੈਨੂੰ ਨਾ ਇੰਜ ਮੈਂ ਉਹਨਾਂ ਤੇ ਮੁਤਮਿਨ ਸਾਂ, ਯਕੀਨ ਕਰੋ ਜਿਵੇਂ ਮੇਰਾ ਆਪਣਾ ਘਰ ਖੁਦ ਜ਼ਾਤੀ ਘਰ ਹੈ, ਅੱਜ ਮੈਂ ਉਹਨਾਂ ਮੁਤਮਿਨ ਸਾਂ ਉਹਨਾਂ ਤੇ। ਅੱਛਾ ਤੇ ਫਿਰ ਮੁਤਮਿਨ ਐਸਾ ਹੋਇਆ ਤੂੰ ਕਿ ਉਹ ਮੁਤਮਿਨ ਕਰਕੇ ਤੇ ਤੈਨੂੰ ਪੈਸੇ ਤੇਰੇ ਲੈ ਕੇ ਤੇ ਚਲੀ ਗਈ? ਹਾਂਜੀ। ਅੱਛਾ ਫਿਰ ਉਹਦੇ ਬਾਅਦ ਹੁਣ ਕੀ ਮਾਮਲਾ ਹੈ? ਹੁਣ ਕੀ ਕੀਤਾ ਹੈ? FIR ਕਰਵਾਉਣਾ ਚਾਹ ਰਹੇ ਹੈ ਜਾਂ ਆਪਣੀ ਉਸ ਦੋਸਤ ਨੂੰ ਜਾਂ ਉਸ ਜਿਹਨੂੰ ਬਕੋਲ ਤੇਰੀ ਬੀਵੀ ਸੀ ਉਹ ਕੀ ਕਰਨਾ ਚਾਹ ਰਹੇ ਹੈ? ਜੀ ਤੁਸੀਂ ਇਸ ਚੀਜ਼ ਦੇ ਬਾਰੇ ਬਿਹਤਰ ਸਮਝਦੇ ਹੋ ਕਿਉਂਕਿ ਮੈਂ ਗਰੀਬ ਬੰਦਾ ਵਾ। ਵੇਖੋ ਨਾ ਗਰੀਬ ਬੰਦਾ ਵਾ, ਅੱਗ ਲਾਲ ਦੀ ਕਮਾਈ ਹੈ, ਸਾਰੀ ਦਿਹਾੜੀ ਹੁਣ ਤੁਸੀਂ ਨੇ ਦੀ ਕਮਾਈ ਨਹੀਂ। ਠੀਕ ਹੈ। ਹਾਂਜੀ ਤੈਨੂੰ ਅੱਜ ਵੀ ਮੁਹੱਬਤ ਹੈ ਉਹਦੇ ਨਾਲ? ਅਲਹਮਦੁਲਿਲਾ ਆਵੇ। ਤੇ ਅਗਰ ਉਹ ਅੱਜ ਵੀ ਤੇਰੇ ਨਾਲ ਰਾਬਤਾ ਕਰੇ ਤੇ ਫਿਰ ਤੂੰ ਸਾਰੇ ਪੈਸੇ ਔਰ ਸਾਰੀਆਂ ਚੀਜ਼ਾਂ ਛੱਡ ਕੇ ਤੇ ਫਿਰ ਉਸੇ ਤਰ੍ਹਾਂ ਹੀ ਜ਼ਿੰਦਗੀ ਉਹਦੇ ਨਾਲ ਗੁਜ਼ਾਰਨ ਵਾਸਤੇ ਤੇ ਹੁਣ ਵੇਖੋ ਨਾ, ਹੁਣ ਉਹ ਹਿਸਾਬ ਨਹੀਂ ਰਿਹਾ ਹੈ। ਹੁਣ ਉਸ ਚੀਜ਼ ਦਾ ਜਿਹੜਾ ਨਾ ਉਹ ਹਿਸਾਬ ਨਹੀਂ ਰਿਹਾ ਹੈ। ਅੱਛਾ ਤੇ ਫਿਰ ਕਿਉਂਕਿ ਜੀ ਅੱਛਾ ਤੇ ਘਰ ਵਾਲਿਆਂ ਨੂੰ ਦੱਸਿਆ ਕਿ ਤੇਰੇ ਨਾਲ ਇਸ ਤਰ੍ਹਾਂ ਫਰਾਡ ਹੋ ਗਿਆ ਹੈ? ਨਹੀਂ ਮੇਰੇ ਘਰ ਵਾਲੇ ਕਿਸੇ ਬੰਦੇ ਨਹੀਂ ਪਤਾ। ਅੱਛਾ ਤੇ ਫਿਰ ਇੱਥੇ ਕਿਸ ਤਰ੍ਹਾਂ ਇਰਾਕ ਕਿਸ ਤਰ੍ਹਾਂ ਪਹੁੰਚਿਆ ਹੈ? ਇਰਾਕ ਕੋਈ ਯਾਰ ਦੋਸਤ, ਤੁਹਾਨੂੰ ਪਤਾ ਗਰੀਬ ਬੰਦਾ ਹੋਵੇ, ਕੋਈ ਯਾਰ ਦੋਸਤ ਕੋਈ ਰਿਸ਼ਤੇਦਾਰਾਂ ਕੋ ਫੜ ਕੇ ਬੰਦਾ ਬਾਹਰ ਆ ਜਾਂਦਾ। ਅੱਛਾ ਤੇ ਕਦੀ ਉਹਦੇ ਨਾਲ ਪਾਕਿਸਤਾਨ ਵਿੱਚ ਤੇ ਮੁਲਾਕਾਤ ਨਹੀਂ ਹੋਈ? ਉਹਦੇ ਨਾਲ ਪਲਾਨ ਬਣਿਆ ਸੀ ਕਿ ਕਦੋਂ ਪਾਕਿਸਤਾਨ ਆਏਗਾ? ਅਮਰੀਨ ਨਾਲ? ਹਾਂਜੀ ਅਮਰੀਨ ਮੈਨੂੰ ਚਾਚੂ ਕਿਹਾ ਸੀ ਕਿ ਤੂੰ ਆਪਣੇ ਵੀਜ਼ੇ ਦੇ ਪੈਸੇ ਬਣਾ ਕੇ ਤੂੰ ਪਾਕਿਸਤਾਨ ਆ ਜਾ, ਜਿੰਨੀ ਜਲਦੀ ਹੋ ਸਕਦੀ ਆ ਜਾ। ਅੱਛਾ ਹਾਂਜੀ ਠੀਕ ਹੈ। ਤੇ ਇਹਦਾ ਮਤਲਬ ਇਹ ਕਿ ਤੇਰੇ ਨਾਲ ਹੁਣ ਤੂੰ ਕੀ ਕਹਿਣਾ ਕਿ ਧੋਖਾ ਹੋਇਆ, फ्रॉड होया? जी आपने इब्रार की बात सुनी, किस तरह से उसके साथ खातून जो है वो राब्ते में आती है, किस तरह से उससे रकम हासिल की जाती है, किस तरह से एक ऐसा रिश्ता बनाने की वो ख्वाहिश का इजहार करती है जिसमें जो है वो मुकम्मल तौर पे
انوالو ہو جاتا ہے، بلکہ اس رشتے کو جو ہے وہ ذہنی طور پہ تسلیم کر لیتا ہے۔ یہ ساری بات ہم نے آپ کو اس کی زبانی سنوائی۔ مبینہ طور پر یہ الزام ہے، اس میں کتنی حقیقت ہے، کتنا جھوٹ ہے، یقیناً جب اس میں قانون کے مطابق پولیس کارروائی کرے گی، یا اس خاتون کو گرفتار کیا جائے گا، یا شامل تفتیش کیا جائے گا، یا مقدمہ درج کرنے سے پہلے اس کی FIR درج کرنے سے پہلے اس کا پولیس موقف سنے گی، تو تمام چیزیں مزید سامنے آ جائیں گی۔ لیکن جو ثبوت، جو رقم بھجوانے کا، رقم دینے کا سارا جو معاملہ ہے، وہ ہمارے پاس بھی آ چکا ہے، اور اس کے پاس ثبوت کے طور پہ وہ چیزیں بھی موجود ہیں۔ SP کینٹ آپریشن جو ہے اب اس معاملے کو دیکھ رہے ہیں۔ اب اسی کیس سے، اسی معاملے سے جڑا ہوا ایک دوسرا شخص ہے جو ابرار کا چچا ہے، جو اس سارے کیس کو، اس سارے مقدمے کو لے کر قانونی کارروائی کرنے کے لیے آگے بڑھ رہا ہے، اور ابرار کے یعنی کہ اپنے بھتیجے کے بہاف پہ اس خاتون کے خلاف قانونی چارہ جوئی کر رہا ہے، اس کے خلاف FIR درج کروا رہا ہے۔ وہ کیا کہتا ہے یہ بھی ہم آپ کو دکھاتے ہیں۔ عراق میں رہنے والا نوجوان کس طرح سے ایک خاتون کی محبت میں مبتلا ہو جاتا ہے، اور شادی شدہ خاتون جو ایک بچی کی ماں بھی ہے، آن لائن شرعی نکاح کس طرح سے کرنے کا ایک ڈھونگ رچاتی ہے، یہ بھی اس نوجوان ابرار کی زبانی آپ کو ہم نے سنوایا۔ اب پاکستان میں موجود جو قریبی رشتہ دار ہیں، سجاد قادری ان کا نام ہے، وہ اس مقدمے کو پرسو کر رہے ہیں۔ یہ اب کیا کہتے ہیں، کب مقدمہ درج ہوگا، پولیس کیا کہتی ہے ان کو، اور کیا قانون کے مطابق ان کے ساتھ انصاف ہو رہا ہے، یہ ان کی زبانی جانتے ہیں۔ سجاد صاحب بہت شکریہ آپ کا۔ سجاد صاحب، یہ جو بچہ ہے ابرار، جی یہ آپ کا رشتہ دار ہے؟ جی میرا بھتیجا بھتیجا ہے آپ کا۔ اب مجھے یہ بتائیے گا کہ ایک فون پہ اس کی دوستی ہو جاتی ہے جی لڑکی کے ساتھ، یہ اس کی محبت میں گرفتار ہو جاتا ہے، جی پھر شرعی نکاح بھی کر لیتا ہے، اور معاملہ پھر آ جاتا ہے کہ 15 لاکھ روپیہ جی جو ہے وہ خاتون اس کے ساتھ مختلف طریقوں سے جو ہے وہ لیتی رہی، اور 15 لاکھ روپے کا فراڈ ہو جاتا ہے۔ جی تو وہ تو بیوی سمجھ کے اپنے طور پہ دیتا رہا کہ میری بیوی ہے، تو اس لیے وہ اس کو بھجواتا رہا۔ اب آپ یہ بتائیے گا کہ پولیس کیا کہتی ہے، پولیس کے پاس کہاں سے بات شروع ہوتی ہے، FIR کیوں نہیں ہو رہی؟ IG صاحب جو ہیں وہ آپ کی وہ جو 1787 انہوں نے ایک بنایا ہوا ہے کہ کوئی بھی کمپلین ہو، کسی کو بھی کوئی شکایت ہو تو وہاں پہ بھی آپ کمپلین کر سکتے ہیں۔ آپ کو تو صرف لارے ہی لگ رہے ہیں، کوئی مقدمے کے اندراج کے لیے بھی کوئی کسی نے یقین دہانی کرائی ہے؟ جی بالکل نہیں، ایسا کچھ بھی نہیں ہوا۔ میں نے 31 مئی کو IG پنجاب کو جا کے درخواست دی ہے کہ سر یہ ہمارے ساتھ یہ زیادتی ہوئی ہے، میرا بچہ عراق میں بیٹھا ہوا ہے، ایک امرین بانو نامی عورت ہے جس نے اس بچے کے ساتھ فراڈ کیا، اپنے پیار کے اندر اس کو لگا کے پہلے بولا کہ میری طلاق ہو چکی ہے، اس نے نوٹس بھی بھیجے اس کو طلاق کے، اس کے بعد اس نے آہستہ آہستہ اس سے پیسے لینے شروع کیے کہ آپ مجھے پیسے دو، یہ میری 6 ماہ کی بچی ہے۔ اب یہ سلسلہ 1 سال تک چلتا رہا۔ جب 1 سال تک چلتا رہا، جب اس کے بعد اس نے ان کو، وہ جو بے گھر لوگ تھے، اس بندے نے، میرے بھتیجے ابرار نے، اس نے ان کو گھر بھی گروہ لے کے دیا۔ اچھا، گروی گھر بھی لے کے دیا؟ گروی اس گھر کے لیے کتنی رقم دی؟ اس کے لیے سر انہوں نے ایک دم سے جو ہے نا وہ 5 لاکھ روپیہ رقم دی ہے۔ 5 لاکھ روپے؟ جی 5 لاکھ روپے میں گروی گھر وہ بھی لے کے دیا؟ وہ بھی لے کے دیا، اس نے؟ چونگی امبر صدوم۔ ٹھیک ہے۔ تو جب میرے پاس یہ بات آئی، میں نے IG صاحب کے پاس اپلیکیشن لے کے گیا ہوں، جو وہاں پہ جو آفیسران بیٹھے ہوئے تھے انہوں نے مارچ کر دی تھانہ فیکٹری ایریا میں۔ ٹھیک ہے۔ اب جب تھانہ فیکٹری ایریا میں کافی دیر کے بعد، تقریباً اس بات کو 25 دن گزر گئے، مجھے کسی بھی پولیس افسران کی کوئی کال نہیں آئی۔ میری اپلیکیشن پھر کوئی کسی بندے سے میں نے مشورہ کیا تو انہوں نے کہا آپ 1787 پہ جو ہے نا وہ کال کریں۔ ٹھیک ہے۔ میں نے 1787 پہ کال کی، اور اس کے باوجود مجھے 6 دن بعد مجھے ایک تھانہ
मॉडल टाउन जो कि SP ऑफिस कहलाया जाता है जो गालिब मार्केट में। ठीक है। मैं जनाब शदीद गर्मी में, मेरे पास इतने पैसे नहीं थे कि मैं अपनी मोटरसाइकिल में पेट्रोल डलवा के वहाँ तक पहुँच सकता हूँ। ठीक है। तो मैंने किसी से 500 रुपया उधार लेके पेट्रोल डलवा के वहाँ पे गया, तो वहाँ पे मुझे ये पता चलता है कि आपका ये केस यहाँ पे नहीं है। ठीक है। मैं वापस आ जाता हूँ गर्मी में, और 2 दिन बाद, मज़ीद 2 दिन बाद मुझे दोबारा कॉल आती है ASP ऑफिस से, ठीक है। मॉडल टाउन से। ठीक है। मैं वहाँ पे जाता हूँ, वहाँ पे ASP साहिबा से मेरी बात होती है। वो ये कहती है कि ये उन्होंने सारा केस सुना मेरा। उसने कहा जी कि ये वैसे मेरा एरिया नहीं बनता, ये फैक्ट्री एरिया का थाना है, तो ये मेरे अंडर में नहीं है। ठीक है। मैं थाने से बाहर निकलता हूँ, तो जैसे मैं थाने से बाहर निकलता हूँ मुझे SP कैंट से कॉल आ जाती है। SP कैंट के ऑफिस से आपको ऑफिस से ठीक है। कॉल आ जाती है। वहाँ पे मुझे कॉल आती है जी आप यहाँ पे आएँ। मैंने उनको बताया जी मैं ASP साहबा के पास आया हूँ। वो कहते जी आप उधर क्या लेने गए हो? मैंने कहा सर जहाँ पे मुझे कॉल आई है मैं तो वहाँ पे गया हूँ। कहते अब हम आपको बुला रहे हैं, SP साहब आपको बुला रहे हैं, फौरी तौर पे यहाँ पे पहुँचे। शदीद गर्मी, पैसे जेब में इतने नहीं थे कि मैं अपनी गर्मी पानी जो है वो पी सकता। ठीक है। लेकिन किसी भी हालत में मुझे वहाँ पे बुलवाया गया, यूँ समझने के ज़बरदस्ती बुलाया गया, जबकि मैं नहीं जाना चाह रहा था। ठीक है। SP कैंट के ऑफिस। SP कैंट के ऑफिस सर। ठीक है। वहाँ पे मैं जलीलो ख़वार होते हुए ढूंढते हुए वहाँ पे पहुँचा हूँ। जब वहाँ पे मुझे जाके अरफान सब इंस्पेक्टर PSO साहब ने वहाँ पे बैठे हूँ जाके, जी आ गए आप? मैंने कहा जी आ गए। कहते जी हमारे पास तो दरख्वास्त आई नहीं। मैंने कहा भाई अगर आई नहीं तो फिर आपने मुझे बुलाया क्यों? तो उसके बाद मुझे कहते आप दरख्वास्त मंगवाओ। मैंने फिर दोबारा इबरार को कॉल करके वहाँ से ईरान से मैंने वो एप्लीकेशन मंगवाई। इन्होंने वो उसका प्रिंट निकाल के मुझे 2 घंटे के बाद जनाब SP साहब के पास पेश किया। ठीक है। SP साहब ने सिर्फ 2 मिनट मेरी बात सुनी है, मैंने 2 घंटे बात भी नहीं सुनी। उन्हें ये बस दरख्वास्त पढ़ लूँ? मैंने कहा जी पढ़ लें सर। उन्हें दरख्वास्त पढ़ी। दरख्वास्त पढ़ने के बाद उन्होंने कहा जी कि मैं ठीक है जी आप उनको बुलवा लें। आज 11 बजे का टाइम था, आज भी मुझे उन्होंने नहीं बुलाया। मैंने खुद से उनको मैसेज किया, मेरे पास मैसेज भी मौजूद है, वॉइस मैसेज अरफान PSO साहब ने। उन्होंने कहा जी कि आप कादरी साहब कल 2 पार्टियाँ, आप दोनों पार्टी इकट्ठी होंगी, आपने 11 बजे आना है। मैं उनकी कॉल का इंतज़ार कर रहा। सर मैं गरीब आदमी था, मैं उतनी दूर कहाँ कैसे जाता? जब जाता तो वहाँ पे कुछ मुझे मिलता ना, तो मैं उसके वेट कर, मुझे आज अभी तक कोई कॉल उसकी नहीं आई। तो सर ये सारे मामला हैं। IG साहब से जब मैंने एप्लीकेशन दी है मुझे कोई रिस्पांस नहीं मिला। ठीक है। मुझे 1787 पे मैंने कॉल की है, 6 दिन बाद मुझे उसका रिस्पांस मिला है जी। कि वो क्या रिस्पांस मिला है कि मैं ज़लीलो ख़वार हूँ। किसी ने ये नहीं कहा कि आपकी एप्लीकेशन के ऊपर हम जो है वो देखते हैं उस आपके मुल्ज़मान नहीं आते जनाब, मुल्ज़मान नहीं आते। ये हमारे मुल्क का कानून है। तो हमें अगर हम इस तरह दर बदर धक्के खाते फिरेंगे तो फिर हमारा तो अल्लाह। ठीक है। इसमें थोड़ी सी एक वजाहत की ज़रूरत है कि ये गालिबन कानून के मुताबिक या तो 420 का मुकदमा होगा या 406 का मुकदमा हो सकता है, लेकिन बेहतर जो है वो पुलिस ही जानती है कि किस दफ़ात के तहत जो है वो FIR दर्ज की जाएगी। लेकिन बात सिर्फ ये है कि SP कैंट जो अवैस शफीक साहब हैं, उनके ऑफिस में ये एक साइल अपनी दाद रसी के लिए जब वहाँ पे जाते हैं, IG ऑफिस से कंप्लेन करने के बाद इनको वहाँ पे बुलाया जाता है, तो अवैस शफीक साहब जो SP कैंट हैं वो इनकी बात 2 मिनट की बात भी, ये जो अभी इन्होंने बात की कि 2 मिनट की बात भी इनकी नहीं सुनते हैं और 2 घंटे के इंतज़ार के बाद उनको कह देते हैं कि आपको दोनों पार्टियों को बुलाया जाएगा। यकीनन ये जो दफ़ात हैं, क्योंकि नामज़द FIR है, किसी भी शख्स के ख़िलाफ़ अगर नामज़द FIR होती है और पुलिस का SOP जो है वो ये कहता है कि दोनों पार्टियों को बुला के बिल मुशाफा इनकी मुलाकात करवा के दोनों पार्टियों को कोई सीनियर ऑफिसर सुनेगा, फिर FIR का अंदराज होगा। ये तो पुलिस का जो SOP है और पुलिस ने जो कानून और रूल बनाया है उसके मुताबिक तो ये ठीक है।
دوسری جانب جب یہ کہہ رہے ہیں کہ 31 مئی سے لے کے یہ جون کا مہینہ جو ہے پورا وہ بھی نکل چکا ہے، لیکن نہ تو ان کی ایف آئی آر درج ہوئی ہے، نہ ہی ان کی ایف آئی آر ہونے کا کوئی امکان ظاہر کیا جا رہا ہے۔ یقیناً اگر دوسری پارٹی نہیں آتی ہے تو وہ اس کے نوٹس جو ہے وہ بھجوایا جاتا ہے، طلبی جس کو کہا جاتا ہے، وہ متعلقہ پولیس جو ہے وہ بھی بھجوا سکتی ہے۔ تو اس کے بعد پھر پولیس جو ہے وہ اس چیز کی پابند ہے کہ ان کی درخواست پہ جو ہے وہ مقدمہ درج کر سکتی ہے۔ لیکن چونکہ ہمارے سسٹم میں جس کا دعویٰ پولیس حکام اور خاص کر آئی جی صاحب اس بات کا کرتے ہیں کہ میں اگر ایسے ایس او پیز کے کسی کے اوپر نامزد ہے تو یقیناً اس کا 2 ہفتے کا ٹائم ہے جس میں یہ مقدمہ درج ہو جانا چاہیے، لیکن یہ 1 ماہ سے بھی زیادہ ہو گیا ہے۔ لیکن اس میں دلچسپ بات یہ ہے کہ اس طرح کے قوانین اور اس طرح کے مقدمات کیا واقعی لوگ اس طرح سے بھی فراڈ کرتے ہیں، اسکیم ہوتا ہے کہ ایک خاتون جو ہے وہ ایک بیرون ملک بیٹھے ہوئے نارمل سے پڑھے لکھے نوجوان کو جو ہے وہ یہ کہتی ہے کہ وہ اس کے ساتھ شادی کرے گی اور آن لائن یعنی کہ ویڈیو کال پہ وہ اس کے ساتھ نکاح بھی کر لیتی ہے۔ پہلے اس کو کہتی ہے کہ اس کی ایک بیٹی ہے اور وہ طلاق یافتہ ہے، پھر جب یہ معاملے کا وائنڈ اپ ہوتا ہے تو وہ یہ کہتی ہے کہ وہ اب اپنے پہلے شوہر کے پاس جو ہے وہ جا رہی ہے، اور جو نکاح اگر اس خاتون کے مطابق ٹھیک بھی ہوا تھا تو اس میں بھی جو ہے وہ کہاں گیا اس کا نکاح، آن لائن جو نکاح تھا اگر وہ واقعی شرعی تھا۔ یہ بھی کافی سارے اس میں جو ہے معاملات دیکھنے کی ضرورت ہے۔ یقیناً جو بظاہر حالات لگتے ہیں کہ خاتون جو ہے وہ ایک معصوم سے آدمی کو جو اتنا پڑھا لکھا نہیں ہے اور قانون کو یا دینی اعتبار سے بھی چیزوں کو نہیں سمجھتا ہے، اس کو جو ہے وہ جھانسا دیا جاتا ہے شادی کا۔ سوشل میڈیا کے ذریعے دوستیاں ہونا، فیس بک پہ جو ہے دوستیاں ہونا، پھر اس کے بعد اس طرح کے فراڈ جو ہیں وہ اس طرح کی دھوکہ دہی کے جو معاملات ہیں وہ سامنے آتے رہتے ہیں۔ اس خاتون میں بھی جس کا یہ نام غالباً امرین بتاتے ہیں، امرین بانو بتاتے ہیں، اس خاتون نے پہلے ان کو اس لڑکے کو ابرار کو محبت کے جال میں پھنسایا، محبت میں جو ہے وہ جب وہ اندھا ہو گیا تو پھر وہ شادی تک نوبت پہنچی۔ پھر جب شادی تک نوبت پہنچی تو وہ بچی جس کی اس وقت عمر تقریباً 6 ماہ تھی اور 1.5 سال یہ معاملہ رہا اور بچی 1.5 سال کی ہو گئی، جو بقول ان کے بھی اور ابرار کے بھی کہ وہ ابرار کو یعنی کہ ان کے بھتیجے کو جو ہے وہ پاپا کہہ کے بھی بلاتی تھی، اور وہ جو بچی کی ماں ہے وہ کہتی تھی کہ یہی تمہارا باپ ہے۔ فون پہ ویڈیو کال پہ وہ ان کے ساتھ رابطے میں بھی تھا۔ جب 15 لاکھ روپے کی رقم یقیناً جو غیر ملکی لوگ ہیں یا جو ملک سے باہر جا کے محنت مزدوری لوگ کرتے ہیں تو وہ اپنی بڑی مشقت کے بعد اتنی رقم جو ہے وہ کما پاتے ہیں، وہ اس نے تمام رقم جو ہے وہ اپنی اس محبت کی نظر کر دی، اور پھر جو ہے اچانک اس کو یہ کہا جاتا ہے کہ وہ اپنے پہلے شوہر کے پاس جا رہی ہے اور اب اس کو وہ بھول جائے اور اس کی محبت کو بھی بھول جائے۔ اس کے بعد یا اس کے درمیان میں کیا ہوتا ہے یہ پھر دوبارہ سجاد قادری صاحب سے پوچھتے ہیں۔ سجاد صاحب، جب اب آپ مقدمہ درج کرانا چاہتے ہیں جی ٹھیک ہے، لیکن آپ کو کیا لگتا ہے کہ جو خاتون ویڈیو پہ کہتی ہے کہ نکاح پڑھ لو، شرعی نکاح ہوگا، تو کیا یہ نکاح کی کوئی حیثیت کسی مفتی سے، کسی عالم دین سے پوچھی آپ نے؟ جی بالکل، اس میں یہ ہے کہ میں نے ایک علامہ صاحب سے پوچھا کہ کیا یہ شرعی نکاح جو ہے یہ جائز ہے۔ مجھے یہاں سے یہ جواب ملا کہ وہ کہنے لگے کہ شرعی نکاح اس قدر بھی جائز ہے، لڑکی اور لڑکا اپنے آپس میں بیٹھ کے یہ سمجھ دیں کہ ہم میاں بیوی ہیں تو وہ ان کا نکاح جائز ہے۔ ٹھیک ہے، اس میں اب یہ دنیاوی، ابھی میں اے ایس پی صاحب سے پاس جب کیا انہوں نے کہا دی کہ اگر یہ نکاح ہوا ہے تو وہ رجسٹر ہوا ہے، وہ کہاں ہے؟ میں نے کہا میڈم وہ نکاح کہاں ہے؟ میں نے آپ کو بولا کہ وہ آن لائن نکاح ہوا دونوں کے درمیان، ایک کے درمیان نہیں، دونوں کے درمیان ہوا۔ اس میں
कोई मौलवी नहीं था, कोई ऑनलाइन का मतलब क्या है। हाँ फिर उसके बाद कहने लगी यो तो फिर अपने बीवी को पैसे भेजता रहा। भाई बीवी को पैसे भेजता रहा तो फिर उसकी बीवी किधर है। हाँ मैंने ये उनसे बात ये सवाल उठाया मैडम साहबा से, वो कहने लगी कि फिर ये आपका बनता नहीं है, फिर निकाह के ऊपर निकाह तो जायज़ ही नहीं है। हाँ भाई जायज़ नहीं है तो जिस औरत ने उसको इजाज़त दी है निकाह करने की उसके लिए जायज़ है। हाँ अगर कानून में ये जायज़ नहीं है तो उसके लिए जायज़ है। मतलब आप ये चाहते हैं कि अगर जो रकम है यहाँ तो वो वापस मिले, यहाँ वो खातून जो या बीवी खातून वापस है मिले। तो वो वापस आए। जी, ये इबरार का भी ये मुतालबा है। ठीक है, तो अब इसमें मैंने क्या बताया कहा? खुद उसकी अमरीन बानो की वालदा को कॉल की मैंने। ठीक है। मैंने कहा बाजी आप भी बड़े हो मैं भी बड़ा हूँ, इसको अभी मैंने एप्लीकेशन नहीं दी थी। इब्रार ने एक दावा किया कि उसका उस खातून के साथ, उस लड़की के साथ ऑनलाइन निकाह हो जाता है। अब इसकी शरई तौर पर क्या हैसियत है? क्या लड़का और लड़की दोनों अगर दिली तौर पर इस बात को तस्लीम कर लें कि उनका निकाह हो गया है और वो दोनों दूसरे के शरीके हयात बन गए हैं, तो क्या शरई तौर पर ऑनलाइन निकाह और निकाह भी कोई ना पढ़ाए तो इसकी क्या हैसियत है? इब्रार की जानिब से ये दावा किया गया कि उन दोनों ने एक दूसरे को दिल से मियाँ बीवी तस्लीम किया, लेकिन शरई तौर पर इसकी क्या हैसियत है ये आलम दीन की ज़ुबानी सुन लेते हैं। देखिए, निकाह का जो मामला है वो उसमें कुछ शराइत हैं, कुछ उसके वजूब हैं, जिन चीज़ों को छोड़ा नहीं जा सकता, जिनसे अलग नहीं हुआ जा सकता, जिसको शरीयत ने बयान कर दिया। उसमें ज़ाहिर है कि एक तो हक़ महर है, फिर उसके बाद इजाब व कबूल है और वली की इजाज़त। ये तीन बातें यूँ समझिए कि इंतहाई ज़रूरी हैं, जिनको किसी सूरत भी, यानी अगर किसी निकाह में हक़ महर शामिल ना हो तो वो निकाह नहीं है। इसी तरह से इजाब और कबूल नहीं है तो वो भी निकाह नहीं है, और वली की इजाज़त नहीं, और ये वली की इजाज़त लड़की के लिए है, वो भी नहीं है तो वो भी निकाह नहीं है। ये बातें रसूलुल्लाह सल्लल्लाहु अलैहि वसल्लम ने बयान फरमा दी कि जिसमें वली की इजाज़त मौजूद ना हो वो निकाह नहीं होता। हक़ महर के हवाले से इरशाद फरमाए इजाब व कबूल लाजिम है। ये लाजमी चीज़ें हैं। और इसमें एक चीज़ और इजाफ़ा कर लें कि दोनों का मुसलमान होना या मर्द का मुसलमान होना और औरत जो है वो नसारा में से भी हो सकती है, यहूदियों में से भी हो सकती है, अहले किताब होना, तब जाके निकाह होगा। पहली बात तो ये समझने की है। दूसरी बात ये है कि ऑनलाइन निकाह में भी जो जायज़ सूरत हाल है वो ये है कि दोनों लड़का और लड़की दूर हैं, दूसरे मुल्कों में है, या एक पाकिस्तान में है, किसी गैर मुल्क में है, तो दोनों का निकाह हो सकता है, लेकिन शराइत वही होंगी जो मैंने पहले बयान की है कि उन शराइत के बगैर निकाह नहीं हो सकता। उसमें लड़की के घर वाले, उसका वली जो है वो इजाज़त देगा, और असल में इजाब जो है वो लड़की के वालिद की ही तरफ से है, ठीक है। यानी जो शरई निकाह है उसमें लड़की का ख़ुद कबूल करना निकाह को ये शर्त नहीं है, बल्कि उसके बाप की तरफ से इजाज़त होगी कि मेरी बेटी का निकाह फ़लाँ आदमी से, फ़लाँ शख्स से इस हक़ महर पर कर दिया जाए, मुझे इसमें कोई एतराज़ नहीं। वो इजाज़त देता है, उस इजाज़त को इजाब कहते हैं। और मर्द कबूल करता है कि ये जो शराइत तय पाई हैं निकाह की, या जिस महर पे इस लड़की को मेरे ज़िम्मेदार किया जा रहा है, मैं इस पर कबूल करता हूँ। तो ये तो जायज़ सूरत है जो कोई ऑनलाइन भी कर सकता है निकाह। यानी लड़का जो है किसी दूसरे मुल्क में रहता है, लड़की पाकिस्तान में रहती है, लड़की पाकिस्तान से बाहर है, लड़का पाकिस्तान में है, और दोनों की फैमिलीज शामिल हैं और लोगों के सामने हो रहा है। एक और बात इसमें शामिल कर लेना चाहिए कि नबी करीम अलैहिस्सलाम ने इस पर भी इरशाद फरमाया कि आलिनुन निकाह का ऐलान होना चाहिए। ये कोई खुफिया मुआहदा नहीं है, ये ऐलानिया बात है। जिस लड़की का, जिस औरत का, जिस मर्द के साथ निकाह हो उसका ऐलान होना चाहिए। वो अब ऐलान पर बाज़ लोगों का एतराज़ या इख्तलाफ है कि वो ऐलान किस दर्जे पे होना चाहिए। ख़ानदान को पता होना चाहिए, और एटलीस्ट लड़की के ख़ानदान को ज़रूर पता होना चाहिए कि ये निकाह फ़लाँ शख्स के साथ इसका निकाह हो चुका है। क्योंकि खुफिया निकाह जो है, चाहे वो ऑनलाइन हो और चाहे फ़िज़िकली हो, उसमें नुकसान ये होता है कि ख़ातून की तरफ, औरत की तरफ, लड़की की तरफ इल्ज़ामात हो सकते हैं और उस पर, उसके किरदार पर सवालात उठाए जा सकते हैं। ये ऑनलाइन निकाह की हैसियत है। लेकिन जो सवाल आपने इससे कबल, हमने ये जो प्रोग्राम से पहले भी आपने मुझसे ज़िक्र किया
کہ وہ نکاح جو آپس میں کر لیا جائے، یعنی لڑکا اور لڑکی، مرد اور عورت آپس میں دوسرے کو شوہر اور بیوی قرار دے دیں، آن لائن تعلق رابطہ سوشل میڈیا کے ذریعے سے یا کسی بھی ایپ کے ذریعے سے، وہ نکاح نہیں ہے کسی صورت بھی، اس لیے کہ اس میں وہ بنیادی شرائط ہی موجود نہیں ہیں۔ صرف ایجاب و قبول تو نکاح نہیں ہے نا، اس سے پہلے آپ کو، یعنی آپ اندازہ لگائیے کہ اگر آپ اس کو نکاح مانتے ہیں تو پھر یہ جتنی لڑکیاں گھر سے فرار ہو کر نکاح کرتی ہیں اس نکاح کو بھی درست مانا جائے گا، جبکہ ایسا نہیں ہے۔ نبی کریم علیہ الصلوۃ والسلام کے واضح فرمان کے مطابق کہ آپ نے ارشاد فرمایا لا نکاح الا بولی، ولی کے بغیر نکاح ہے ہی نہیں۔ اور پھر جب ایسا نکاح آپ کے سامنے آیا تو آپ نے اس پر فرمایا فنکاحھا باطل فنکاحھا باطل فنکاحھا باطل، 3 مرتبہ آپ نے یہ بات تکرار کے ساتھ ارشاد فرمائی کہ اگر کوئی بغیر ولی کے لڑکی شادی کر لیتی ہے تو یہ باطل نکاح ہے، باطل ہے، باطل ہے، اس کو کوئی نکاح نہیں ہے۔ تو یہ جو آن لائن آپس میں دوسرے کو کہ مرد لڑکی کو کہے کہ میں تمہیں اپنی بیوی قبول کرتا ہوں اور وہ کہے کہ میں تمہیں اپنا شوہر قبول کرتی ہوں اور اس سے نکاح ہو جائے، یہ کسی صورت میں نکاح نہیں ہوتا، اس کی کوئی حیثیت نہیں۔ طلاق دینے کی صورت میں یا خلع لینے کی صورت میں یا بیوہ ہونے کی صورت میں جو شریعت نے پہلا تقاضا عورت پر ذمہ لگایا وہ کیا ہے؟ وہ ہے عدت، کہ اگر وہ بے شک اس نے طلاق دے دی ہے، بے شک اس کا شوہر فوت ہو گیا ہے، ٹھیک ہے، یا اس نے اس سے خلع لے لیا ہے، تینوں صورتوں میں، 3 ہی صورتیں ہیں نا، ایک خلع ہے، ایک طلاق ہے، ایک بیوہ ہونا ہے، یعنی شوہر مر جائے یا اس کو طلاق دے دے یا عورت خود اس سے الگ ہو جائے، تینوں صورتوں میں عورت آزاد ہوگی نکاح سے۔ اب آزاد ہونے کے بعد بھی اگر وہ طلاق یافتہ ہے تو 3 ماہ عدت گزارے گی، اگر وہ خلع یافتہ ہے تو 1 ماہ عدت گزارے گی، اگر وہ بیوہ ہے تو 4 ماہ 10 دن عدت گزارے گی۔ جب تک عدت نہیں گزار لیتی وہ کسی دوسرے کے لیے حلال نہیں ہو سکتی۔ دوران عدت، آج کل پاکستان میں ایک کیس بھی چل رہا ہے نا عدت کے حوالے سے، عدت میں نکاح ہوا، دوران عدت اگر کوئی نکاح کرتی ہے یا نکاح کر، حتیٰ کہ شریعت نے تو کہا عدت کے دوران اسے نکاح کا پیغام بھی نہیں دے سکتے، عدت کے دوران اسے یہ بھی بیان نہیں، ہاں آپ کی خواہش ہے آپ کسی طریقے سے کوئی جو ہے وہ کسی بڑے کے ذریعے سے اپنی بات اس کی فیملی تک تو پہنچا سکتے ہیں، لیکن عورت کو اس دوران اپروچ کرنا یا اس کے ساتھ ساز باز کرنا یا وہ کسی کے ساتھ ساز باز کر کے پہلے سے طلاق لے یا خلع لے، یہ سنگین جرم ہے۔ کسی صورت میں وہ نکاح ہی نہیں ہے جو عدت کے دوران ہو جائے، تو اسے پہلے پاک صاف ہونا پڑے گا، پہلے اسے اس نکاح کے، یعنی اس میں جو بہت بڑا مقصد ہے وہ یہ ہے کہ عورت کا کردار، اس کے ہاں سے ہونے والی جو اولاد ہے اس کا حسب نسب محفوظ رہے۔ اگر پہلے شوہر سے طلاق کی صورت میں یا خلع کی صورت میں اس کے ہاں اس کے بطن میں کوئی بچہ ہے، وہ حاملہ ہے یا حمل وضع ہو جاتا ہے، واضح ہو جاتا ہے، تو جب تک وہ ادھر سے پاک نہیں ہوتی، اور اگر کسی کا طلاق کے بعد پتہ چل جائے کہ یہ حاملہ ہے اسی شوہر سے، تو اس کی عدت اب بڑھ کے، یہ 3 ماہ عدت نہیں ہے، اس کی عدت بڑھ کے اب 9 ماہ چلے گی یا 8 ماہ یا 7 ماہ، جب بچہ پیدا ہوگا اس وقت اس کی عدت ختم ہوگی اور پھر وہ کسی اور کے ساتھ نکاح کر سکتی۔ اسی طرح سے اگر دوران حمل کسی نے طلاق دے دی یا کوئی شخص فوت ہو جاتا، اس کی بیوہ جو ہے وہ اس نکاح سے آزاد ہو جاتی ہے، تو اس کی عدت اس کا وضع حمل ہے، یعنی جب تک بچہ پیدا نہیں ہوتا، چاہے بچہ 2 دن بعد پیدا ہو جائے مرنے والے کے بعد یا طلاق دینے کے بعد 2 دن بعد بچہ پیدا ہو جائے، وہ جب بچہ پیدا ہو گیا اب وہ آزاد ہو گئی۔ تو یہ مختلف صورتیں ہیں اس میں عورت کی آزادی کے حوالے سے، اس کی پاکیزگی کے حوالے۔ اس کے بغیر اگر کوئی اس دوران نکاح کرتا ہے یا ایک نکاح کے ہوتے ہوئے دوسرا نکاح کرتا ہے تو پہلا نکاح بحال رہے گا، دوسرا نکاح کبھی بحال نہیں ہو سکتا۔ عالم دین نے اس حوالے سے کیا کہا یہ آپ نے ان کی زبانی سنا۔ اب اس کو ایک فراڈ کی شکل دی گئی ہے، ایک دھوکے کا جو ہے وہ نام دیا گیا ہے۔ اس کے بارے میں یا اس طرح کے دھوکے کے بارے میں، اس طرح کے فراڈ کے بارے میں قانون کیا کہتا ہے ہمارا؟ کیا اس نوجوان کی مدعیت میں یا اس کی جانب سے جو رشتہ دار آگے کیے گئے ہیں، جو مدعی مقدمہ بننا چاہتے ہیں، ان کی مدعیت میں مقدمہ درج ہو جائے گا؟ کیا اس کو فراڈ کرنے والی خاتون سے اس کی رقم واپس قانون دلوا سکتا ہے؟ یہ جانتے ہیں ماہر قانون کی زبان۔ دیکھیں، جو ڈیجیٹلائز فراڈ آ رہا ہے اس میں چونکہ بیسکلی تو ایویڈنس ہوتی نہیں ہے، کیونکہ لوگوں کے پاس یا تو وہ واٹس ایپ ڈیٹا ہوتا ہے یا واٹس ایپ کالز ہوتی ہیں، جو دوسرا ڈیٹا ہے وہ تو ان کے پاس ہوتا نہیں ہے، چونکہ زیادہ جتنی بھی لنکس ہوتی ہیں وہ سوشل میڈیا کے ذریعے یا جو باقی ایپس ہے، فیس ایپ ہے یا واٹس ایپ ہے یا جو بھی، تو اس کا جو ڈیجیٹلائز ڈیٹا ہوتا ہے وہ پاکستان میں اویلیبل نہیں ہے، فرسٹ آف آل۔ سیکنڈلی جو فراڈ ہوتا ہے وہ پرسن ٹو پرسن لنک کرتا ہے،
اگر ایک بندے کے ساتھ فراڈ ہوا ہے تو وہ بندہ ہی، چونکہ پاکستان کا جو قانون ہے اس میں جو کرمنل لٹیگیشن ہوتی ہے، کرمنل لٹیگیشن میں جو پرسن ہوتا ہے، پرسن کا پرسن سے ایشو ہوتا ہے. یہ نہیں ہے کہ میں پرسن ہوں تو میرے بہاف پہ کوئی اور. فرسٹ آف آل تو جس بندے کے ساتھ فراڈ ہوا ہے اگر وہ اویلیبل نہیں ہے تو وہ تھرو پاکستان آئے، پاکستان آ کے جو بھی اس کے پاس ڈیٹا ہے وہ تھرو پراپر چینل اپنی جو کارروائی ہے اس کے لیے وہ پراپر پولیس اسٹیشن یا جو بھی متعلقہ اس کا ادارہ ہے اس کو جا کے وہ کرے. کیونکہ پاکستان میں ابھی تک ایسا کوئی ابھی تک جو ہے وہ نظر سے کوئی نہیں گزرا کہ جو ایسا کوئی ڈیجیٹل قانون بنا ہو اسپیشلی ایسے فراڈز کے اوپر کہ جی جیسے آپ اکثر آج کل آ رہا ہے کہ جی شادی ہو رہی ہے فیس بک کے اوپر، جناب فیس بک کے اوپر انہوں نے کہا ہے کہ جی میں آپ کے ساتھ شادی کرتی ہوں یا کوئی بھی ایسا ہے اور اس کے بدلے میں انہوں نے پیسے وصول کیے ہیں. چونکہ یہ ساری جو ٹرانزیکشنز ہیں یہ ہو رہی ہیں اس کے ذریعے. اب وہ چونکہ اس کا پروف جو ہے وہ اس بندے کے پاس ہے، وہ جب وہ معاملات ہوں گے تو اس کے لیے اس کو پاکستان آنا پڑے گا. پاکستان آ کے وہ جو چیزیں ہیں وہ اپنے متعلقہ جو فورم ہے، کورٹ آف لاء ہے، اس میں جا کے یا جو تھانہ ہے یا جو بھی ایف آئی ہے اس میں جا کے وہ اپلیکیشن دے گا اور وہ خود آ کے پرسنلی اس کو جو ہے وہ کرے گا اس کو. قانون یہ تو کسی کو فورس نہیں کر سکتا نا کہ آپ کو وہ خاتون کے ساتھ یہ کہیں گے جی آپ کے ساتھ یہ شادی کرے گی، کیونکہ قانون میں پاکستان میں رہتے ہوئے بھی آپ کسی کو فورس نہیں کر سکتے کہ وہ کسی کے ساتھ شادی کرے. تو یہ تو ویسے ہی میٹر جو ہے وہ بلانگس ٹو ادر سائڈ بن رہا ہے اور یہ بھی ایک مفروضات کی بنیاد پہ ہے کہ جی شاید پتہ نہیں وہ پیسے اس نے کس مد میں دیے. وہ تو جب آئے گا وہ اپنی ایویڈنس دے گا، جا کے ساری چیزیں بتائے گا. وہ جب وہ پروف ہوں گی کہ واقعی یہ پیسے اس مد میں آئے اور یہ جو چیزیں ہیں یہ میں نے وہاں پہ جا کے بتائیں اور وہ اس مد میں ہی اس نے پیسے لیے، تو وہ پیسوں کی حد تک تو شاید اس کی کوئی جو ہے وہ دادرسی ہو جائے. ادروائز جو ہے اس حد تک کہ جی یہ شادی کے لیے فورس کیا جا سکے وہ اس کے حد تک قانون میں کوئی ایسی گنجائش نہیں ہے کہ کسی کو آپ فورس کریں کہ جی آپ آ کے پاکستان میں یا کسی بھی جگہ پہ اس کو آپ کہیں جی کہ اس کو فورسبلی ہے وہ میرج شادی کریں. آن لائن نکاح جو ہے وہ ایک ڈیفرنٹ چیز ہے. آن لائن نکاح میں یہ ہوتا ہے کہ جو جب آن لائن نکاح کیا جاتا ہے تو وہ تھرو پراپر چینل کے ذریعے اس کو وہ کیا جاتا ہے اور وہ باقاعدہ رجسٹرڈ ہوتا ہے. یہ نہیں ہے کہ آپ ان رجسٹرڈ ہوتا ہے. وہ آپ جاتے ہیں جو وکیل ہوتا ہے وہ باقاعدہ انگیج کر کے آپ اس کو تھرو پراپر چینل جو ہے وہ واٹس ایپ کے ذریعے اس کی کال ریکارڈڈ ہوتی ہے اور اس کا باقاعدہ ریکارڈ ہو کے وہ اندراج ہوتا ہے اور وہ یونین کونسل میں اندراج ہوتا ہے. یہ جو معاملات ہیں یہ ڈفرینٹ ایشوز ہیں. یہ ہیں جو ہے وہ اس کو میں کہتا ہوں ڈیجیٹل فراڈز. وہ جو معاملہ ہے نا کہ جی نکاح وہ پاسبل ہے پاکستان میں اور پاکستان میں ہو رہا ہے. جی کورٹ میرجز جس طرح کورٹ میرج ہوتی ہے ولی کے بغیر کسی عورت کا کورٹ میرج ہو جاتی ہے، اسی طریقے سے کورٹ جو ہے وہ آؤٹ آف کنٹری بیٹھے ہوئے کسی کا بھی آپ نکاح جو ہے وہ آن لائن کروا سکتے ہیں. اس میں کوئی ایسی قباحت نہیں ہے. لیکن یہ جو میٹر ہے یہ اس سے ڈفرینٹ